कांग्रेस नूं वंड नहीं देना। आ जिहड़े तुसीं दिखाउणा चाहुंदे आ कि असीं यूनैनिमस साडे हाँ जी आ शहर विच किसी ने भरे नहीं तुसीं जित्ते नहीं है, सही मने तुसीं हार गए हो। थोड़ियां जमानत जब्त हुई। इन्नी माड़ी हालात मैं देश पंजाब देखी नहीं जिवें होना है। गुंडागर्दी, शरेआम गुंडागर्दी। अज जो जलालाबाद होया है, मैं मेरे को लफ्ज नहीं जिन्ना मैं निंदा कर सका। 11 बजे आप SSP नाल गल करके SSP ने ते SDM में टाइम दे के आप बुलाया। जो मैं आया प्री प्लानड सी इथों दे आमला ते ओदा कोई 20-21 साल का मुंडा गुंडियां नूं लैके उन्हें आउण सार गड्डी ते हमला कर दिता, साडे वर्करां ते हमला कर दिता ते शरेआम गोलियां चलाईयां। 3 साले वर्कर 3 साडे श्रोमणी अकाली दल दे वर्करां दे गोलियां लगियां, हस्पताल च है, एक सीरियस है। आ सोचदे कि असीं वो मर्जी गोली चला लांगे, कुछ मर्जी गुंडागर्दी कर लांगे, कोई सानूं हिसाब नहीं देना पैना। हिसाब देना पैना इन्हां नूं। महीना बच जाएंगे, 2 महीने बच जाएंगे, 6 महीने मैक्सिमम बचेंगे, पर पंजाब की जनता नकार के इन्हूं सिੱਟੂਗੀ। जो सरकार बदली तो इन्हों सारी केसां ते भुगतना पैना। जिवें इन्हों ने गोलियां चलाइयां, अज इत्थे नहीं चारों पंजाब जिवें दंगे कीते है। मैं कहना तो माड़ी सरकार। तुसीं धरने ते बैठे हो, की मंग लैके तुसीं बैठे हो धरने ते? हुण तुसीं हैरान देख लो, गोली चलाई साडे वर्करां ते, हमला किया मेरे जानी हम मेरे ते, हले तक पर्चा देने नूं तैयार नहीं है। देखो ये तो हालात है। ਤੁਹਾਡੀ ਪੰਜਾਬ ਦੇ DGP ਨਾਲ ਗੱਲ ਹੋਈ ਹੈ? मैं DGP ने मैं क्यों करा गल? पंजाब सरकार पुलिस प्रशासन इत्थे की कर रहा है? जे पर्चा नहीं दे रही मतलब की है? बचाना चाहती है, दोषियों को बचाना चाहती है। ਜ਼ਿਲ੍ਹਾ ਪ੍ਰਸ਼ਾਸਨ ਨੈਗਲੀਜੈਂਸ ਨਹੀਂ ਮੰਨਦੇ। निकले जिला प्रशासन हुण जिला तो इतने SSP नहीं है। आ तो मैनूं लगदा ये फैक्ट्री का मालक, इहनूं मैनूं लगदा फैक्ट्री च सरकार दी आमले की फैक्ट्री तो मिलती है, जरा महीना मैं लगदा आमना दिंदा है SSP नूं। प्रधान साहब तुसीं दिल्ली जाके आए हो, किते कांग्रेस ਦੇ ਲੀਡਰ ਜਾਂਦੇ ਆ, ਮਾਰੀ ਪਿਟਾਈ ਹੁੰਦੀ ਉੱਥੇ, ਇੱਕ ਵਾਰ ਤੁਸੀਂ ਜਾ ਕੇ ਆਏ ਹੋ, ਕਿਤੇ ਉਹ ਤਾਂ ਨਹੀਂ ਵੀ ਰਾਸ ਨਾਈ ਹੋਈ ਚੀਜ਼? ਗੱਲ ਦੱਸਾਂ ਕੀ ਹੈ, ਕਾਂਗਰਸ ਨੂੰ ਘਬਰਾਈ ਬੈਠੀ ਹੈ। ਥੋੜਾ ਜਿਹਾ ਭਾਜੀ ਮਾਈਕ ਪਿੱਛੇ। ਉਹਨਾਂ ਦੇ ਹੁਣ ਲੋਕੀ ਨਫ਼ਰਤ ਕਰਦੇ ਕਾਂਗਰਸ ਨੂੰ, ਕੈਪਟਨ ਨੂੰ ਨਫ਼ਰਤ ਕਰਦੇ ਆ। ਕੈਪਟਨ ਹੈ ਮੁੱਖ ਮੰਤਰੀ, ਹੈ ਕੋਈ ਸਰਕਾਰ? ਅੱਜ ਜਲਾਲਾਬਾਦ ਸ਼ਹਿਰ ਪਿਛਲੀ ਵਾਰ ਆਇਆ ਸੀ, ਹਰ ਦੂਜੀ ਦੁਕਾਨ ਕੋਲ ਗਿਆ, ਉੱਥੇ ਕਹਿੰਦੇ ਸੀ ਇੱਥੇ ਰੋਜ਼ ਡਕੈਤੀਆਂ ਹੁੰਦੀਆਂ, ਰੋਜ਼ ਮਰਡਰ ਹੁੰਦੇ ਆ, ਸਾਡੀ ਚੇਨਾ ਖਿੱਚ ਕੇ ਗੁੰਡਾਗਰਦੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਕਿਹੜੀ ਗੁੰਡਾਗਰਦੀ? ਪੇਪਰ ਪਾੜ ਤੇ ਬਾਹਰ। ਨਹੀਂ, ਪੇਪਰ ਤੇ ਕਿਸੇ ਦੇ ਨਹੀਂ ਪਾੜੇ, ਸਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਆਈ। ਅੱਛਾ, ਨਹੀਂ ਦਾ ਗੇਟ ਖੋਲਿਆ ਹੋਇਆ, ਬਾਹਰ ਪੱਗਾਂ ਵੀ ਲੱਥ ਗਿਆ, ਸੱਟਾਂ ਵੀ ਲੱਗ ਗਿਆ, ਪੇਪਰ ਵੀ ਪਾੜਦੇ ਆ। ਪਤਾ ਨਹੀਂ, ਤੁਸੀਂ ਦੱਸਿਆ ਆਣ ਕੇ। ਉਹਨਾਂ ਦਾ ਕਹਿਣਾ ਹੈ ਦੋਸ਼ ਹੈ ਜੀ ਆਮ ਆਦਮੀ ਪਾਰਟੀ ਦੇ। ਸਾਡੇ ਕੋਲ ਅਜੇ ਕੋਈ ਕੰਪਲੇਂਟ ਨਹੀਂ ਆਈ। ਹਾਂਜੀ ਹਾਂਜੀ, ਜੇ ਤਾਂ ਕੰਪਲੇਂਟ ਆਈ ਤਾਂ ਕੀ ਕਾਰਵਾਈ ਕੀਤੀ ਜਾਊ? ਹਾਂ ਅਜੇ ਆਊਗੀ ਤੇ ਫਿਰ ਜੋ ਕਾਨੂੰਨ ਦਾ ਬਣੇਗੀ ਕਾਰਵਾਈ ਕੀਤੀ ਜਾਏਗੀ। ਪੁਲਿਸ ਦੇ ਕਿਹੋ ਜਿਹੇ ਪ੍ਰਬੰਧ ਹੈ ਜੀ? ਪੁਲਿਸ ਦੇ ਵਧੀਆ ਪ੍ਰਬੰਧ ਹੈ ਜੀ। ਜਿਹੜਾ ਤੇ ਕਮੇਟੀ ਘਰ ਦੇ ਐਂਟਰ ਹੋ ਰਹੇ ਆ ਔਰ ਸਾਰੀ ਪੰਜਾਬ ਪੁਲਿਸ, ਸਮੁੱਚੀ ਪੰਜਾਬ ਪੁਲਿਸ ਔਰ ਸਮੁੱਚੀ ਕਾਂਗਰਸ ਦਾ ਜਿਹੜਾ ਗੁੰਡਾ ਤੰਤਰ ਹੈ ਉਹ ਸਾਰਾ ਇਕੱਠਾ ਹੋ ਗਏ, ਸਾਡੇ ਗਲ ਪੈ ਗਏ। ਸਾਡੇ ਸਾਥੀਆਂ ਦੇ ਫਾਇਦਾ ਖੋਣ ਦੀ ਕੋਸ਼ਿਸ਼ ਕੀਤੀ ਔਰ ਸਾਡੇ ਸਾਥੀ ਪਿੱਛੇ ਹਟੇ ਔਰ ਇੱਥੇ ਤੱਕ ਵੇਖੋ ਬੱਸ ਸਟੈਂਡ ਤੱਕ ਪਿੱਛੇ 100-150 ਬੰਦਾ ਆਇਆ ਔਰ ਸਾਥੀਆਂ ਨੂੰ ਸੱਟਾਂ ਲਾ ਦਿੱਤੀਆਂ ਔਰ ਉਹਨਾਂ ਕੋਲੋਂ ਜਿਹੜੇ ਸਾਡੇ ਕਾਗਜ਼, ਸਾਡੀਆਂ ਫਾਈਲਾਂ ਖੋਹ ਲਈਆਂ ਗਈਆਂ ਔਰ ਸਾਨੂੰ ਇਸ ਦੇ ਵਿੱਚ ਇੰਨਾ ਗੁੰਡਾ ਤੰਤਰ ਕਿ ਪੰਜਾਬ ਪੁਲਿਸ ਵਾਲੇ ਖੁਦ ਇਹ ਕਹਿ ਰਹੇ ਕਿ ਤੁਸੀਂ ਕਾਹਦੀਆਂ ਫਾਈਲਾਂ ਭਰਨੀਆਂ, ਤੁਸੀਂ ਕੀ ਕਰਨਾ, ਧੱਕੇ ਮਾਰ ਰਹੇ ਨੇ। ਔਰ ਜੋ ਇੱਥੇ 200-300 ਬੰਦਾ ਜਿਹੜਾ ਕਾਂਗਰਸ ਦਾ ਗੁੰਡਾ ਖੜਾ ਸੀਗਾ ਉਸ ਨੂੰ ਹੱਲਾਸ਼ੇਰੀ ਦੇ ਰਹੇ ਆ ਔਰ ਉਹ ਸਾਡੇ ਸਾਥੀਆਂ ਕੋਲੋਂ ਸੱਟਾਂ ਵੀ ਲਾ ਕੇ ਗਏ ਨੇ ਔਰ ਫਾਈਲਾਂ ਵੀ ਖੋਹ ਕੇ ਲੈ ਗਏ ਨੇ। ਇਹ ਜਿਹੜੀਆਂ ਫਾਈਲਾਂ ਖੋਈਆਂ ਕੀ ਇਹਨੂੰ ਤੁਸੀਂ ਸਮਝਦੇ ਜੇ ਵੀ ਮਤਲਬ ਚੋਣਾਂ ਦੇ ਵਿੱਚ ਹਾਰ ਕਾਰਨ ਖੋਈਆਂ, ਕੀ ਕਾਰਨ ਹੋ ਸਕਦਾ? ਇਹ ਜੋ ਪਿਛਲੇ 4 ਸਾਲ ਵਿੱਚ ਸੁਖਪਾਲ ਸਿੰਘ ਭੁੱਲਰ ਦੀ ਮਾੜੀ ਕਾਰਗੁਜ਼ਾਰੀ ਹੈ ਔਰ ਉਸ ਨੂੰ ਪਤਾ ਹੈ ਕਿ ਜੋ ਭਿੱਖੀਵਿੰਡ ਦੇ ਲੋਕ ਨੇ ਉਹ ਅੱਕੇ ਸੜੇ ਪਏ ਨੇ। ਤੁਸੀਂ ਇੱਥੋਂ ਹੀ ਹਿਸਾਬ ਲਾ ਸਕਦੇ ਜੇ ਕਿ ਪਾਰਦਰਸ਼ੀ ਇੰਨਾ ਕੁ ਸੀਗਾ ਕਿ ਜਿਸ ਤਰ੍ਹਾਂ ਦੇ ਅਫਸਰਸ਼ਾਹੀ ਵੱਲੋਂ ਸਾਡੇ ਨਾਲ ਵਿਹਾਰ ਕੀਤਾ ਗਿਆ ਤੇ ਸਾਨੂੰ ਜਾ ਕੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਔਰ ਆਫੀਸਰ ਸਾਹਿਬਾਨ ਨੂੰ ਸਮਝਾਉਣਾ ਪਿਆ ਕਿ ਭਾਈ ਇਹ 2-4 ਮਹੀਨੇ ਦੀ ਸਰਕਾਰ ਰਹਿ ਗਈ ਹੈ, ਜੇ ਕੁਤਾਹੀ ਕਰੋਗੇ, ਕਾਨੂੰਨ ਤੋਂ ਬਾਹਰ ਜਾ ਕੇ ਕਿਸੇ ਤਰ੍ਹਾਂ ਦੀ ਕਾਰਵਾਈ ਕਰੋਗੇ ਤੇ ਫਿਰ ਜਿਹੜਾ ਆ ਹਾਈ ਕੋਰਟ 'ਚ ਵੀ ਤੁਹਾਨੂੰ ਜਵਾਬਦੇਹੀ ਦੇਣੀ ਪਊਗੀ। ਤੇ ਆਉਣ ਵਾਲੇ ਸਮੇਂ 'ਚ ਐ ਕੰਧ ਤੇ ਸਪਸ਼ਟ ਅੱਖਾਂ 'ਚ ਲਿਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆ ਰਹੀ, ਫਿਰ ਤੁਹਾਨੂੰ ਉੱਥੇ ਵੀ ਜਵਾਬਦੇਹ ਬਣਾਇਆ ਜਾਊਗਾ। ਤੇ ਮੇਰੇ ਖਿਆਲ ਆਫੀਸਰ ਵੀ ਹੁਣ ਸਿਆਣੇ ਨੇ,
ਤੇ ਉਹ ਵੀ ਦੱਸਦੇ ਕਿ ਸਾਡੇ ਤੇ ਦਬਾਅ ਬੜਾ ਆ, ਸਾਨੂੰ ਬੜਾ ਕਹਿਆ ਘਵਾਇਆ ਜਾ ਰਿਹਾ ਆ। ਹਾਂਜੀ ਵੀ ਔਰ ਜਿਹੜੇ ਉਮੀਦਵਾਰ ਬਣੇ ਵੀ ਸੀ ਕਾਂਗਰਸ ਵਾਲੇ ਇਸੇ ਕਰਕੇ ਬਣ ਗਏ ਸੀ ਕਿ ਸ਼ਾਇਦ ਇੱਥੇ ਚੋਣਾਂ ਹੀ ਨਹੀਂ ਹੋਣੀਆਂ। ਜਿਸ ਤਰ੍ਹਾਂ ਪਹਿਲੋਂ ਖੇਮਕਾ ਨਗਰ ਪੰਚਾਇਤ ਦੀਆਂ ਚੋਣਾਂ ਨਹੀਂ ਹੋਈਆਂ, ਪੰਚਾਇਤਾਂ ਦੀਆਂ ਚੋਣਾਂ ਨਹੀਂ ਹੋਈਆਂ, ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨਹੀਂ ਹੋਈਆਂ, ਬਲਾਕ ਸੰਮਤੀਆਂ ਦੀਆਂ ਚੋਣਾਂ ਨਹੀਂ ਹੋਈਆਂ, ਕਿਸੇ ਉਮੀਦਵਾਰ ਨੂੰ ਕਾਗਜ਼ ਨਹੀਂ ਭਰਨ ਦਿੱਤੇ ਗਏ। ਜਿਸ ਤਰ੍ਹਾਂ ਦੀਆਂ ਬਦਮਾਸ਼ੀਆਂ ਕੀਤੀਆਂ ਗਈਆਂ ਸੀਗੀਆਂ, ਉਹਨਾਂ ਬਦਮਾਸ਼ੀਆਂ ਕਰਕੇ ਹੀ ਜਿਹੜਾ ਆ ਇਹ ਕਾਂਗਰਸੀਆਂ ਨੂੰ ਆਸ ਸੀਗੀ। ਹੁਣ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਨਹੀਂ ਇੱਥੇ ਚੋਣ ਹੋਊਗੀ, ਹੁਣ ਮੈਦਾਨ ਛੱਡ ਕੇ ਭੱਜ ਰਹੇ ਨੇ। ਬਾਕੀ ਕੋਈ ਗੱਲ ਨਹੀਂ, ਮੈਦਾਨ 'ਚ ਆਉਣ, ਜਿਹਨੂੰ ਵੀ ਖੜਾ ਕਰਨਗੇ ਡਟ ਕੇ ਮੁਕਾਬਲਾ ਕਰਾਂਗੇ, ਡਟ ਕੇ ਜਿੱਤ ਪ੍ਰਾਪਤ ਕਰਾਂਗੇ। ਔਰ ਅਕਾਲੀ ਵਰਕਰਾਂ 'ਚ, ਅਕਾਲੀ ਵੋਟਰਾਂ 'ਚ ਔਰ ਅਕਾਲੀ ਉਮੀਦਵਾਰਾਂ 'ਚ ਭਾਰੀ ਉਤਸ਼ਾਹ ਆ। ਤੇ ਲੋਕ ਜਿਹੜੇ ਨੇ ਉਹ ਮੂੰਹੋਂ ਹੀ ਕਹਿੰਦੇ ਆ, ਇੱਥੋਂ ਤੱਕ ਕਿ ਕਾਂਗਰਸੀ ਵੀ ਕਹਿੰਦੇ ਆ ਕਿ ਜੇ ਚੋਣਾਂ ਹੋ ਗਈਆਂ ਤੇ ਇੱਥੋਂ ਕਾਂਗਰਸ ਦਾ ਸਫਾਇਆ। ਤੇ ਬੜੇ ਲੰਮੇ ਸਮੇਂ ਤੋਂ ਆਪੋਜੀਸ਼ਨ ਪਾਰਟੀ ਇਹ ਗੱਲ ਕਹਿ ਰਹੀ ਹੈ ਕਿ ਜਿਹੜੇ ਸਟੇਟ ਦੇ ਹੋਮ ਮਿਨਿਸਟਰ ਨੇ, ਉਹ ਮੁੱਖ ਮੰਤਰੀ ਸਾਹਿਬ ਵੀ ਨੇ, ਚੀਫ ਮਿਨਿਸਟਰ ਸਾਹਿਬ ਕੈਪਟਨ ਅਮਰਿੰਦਰ ਸਿੰਘ, ਅੱਜ 1.5 ਸਾਲ ਤੋਂ ਵੱਧ ਹੋ ਗਿਆ ਉਹ ਆਪਦੇ ਫਾਰਮ ਹਾਊਸ ਤੋਂ ਨਹੀਂ ਨਿਕਲੇ। ਜਿਹੜਾ ਸਟੇਟ ਦਾ ਹੋਮ ਮਿਨਿਸਟਰ ਹੋਵੇ, ਸਟੇਟ ਦਾ ਮੁਖੀਆ ਹੋਵੇ, ਆਪਦੇ ਘਰ ਚੋਂ ਨਾ ਨਿਕਲੇ ਤੇ ਲਾਅ ਐਂਡ ਆਰਡਰ ਦੇ ਜੋ ਹਾਲਾਤ ਫਿਰ ਜੋ ਬਣਨੇ ਉਹ ਸਾਰਿਆਂ ਦੇ ਸਾਹਮਣੇ। ਇਹ ਕੋਈ ਪਹਿਲੀ ਘਟਨਾ ਨਹੀਂ। ਇਸ ਤੋਂ ਪਹਿਲਾਂ ਡਕੈਤੀ ਦੀਆਂ, ਲੁੱਟ ਦੀਆਂ, ਜੇਲ੍ਹਾਂ 'ਚ ਬੈਠੇ ਗੈਂਗਸਟਰਾਂ ਨੂੰ ਹਰ ਤਰੀਕੇ ਦੀ ਸੁਵਿਧਾ ਮਿਲਣੀ, ਮੋਬਾਈਲ ਫੋਨ ਤੋਂ ਉਹਨਾਂ ਦੇ ਬਰਥਡੇ ਦੇ ਕੇਕ ਕੱਟੇ ਜਾਣੇ, ਦਿਨ ਦਿਹਾੜੇ ਮਰਡਰ ਹੋਣਾ, ਦਿਨ ਦਿਹਾੜੇ ਫਰੌਤੀ ਲਈ ਜਾਣੀ। ਇਹ ਲਾਅ ਐਂਡ ਆਰਡਰ ਦੀ ਬਹੁਤ ਵੱਡੀ ਚਿੰਤਾ ਪੈਦਾ ਹੋ ਰਹੀ ਸੀ। ਅੱਜ ਤੁਹਾਡੇ ਸਾਹਮਣੇ ਹੈ। ਪਹਿਲਾਂ ਤਾਂ ਇਹ ਇਲੈਕਸ਼ਨ ਡਿਲੇ ਕੀਤੀਆਂ ਗਈਆਂ, ਇਲੈਕਸ਼ਨ ਕਾਂਗਰਸ ਕਰਾ ਨਹੀਂ ਰਹੀ ਸੀ। ਜਦੋਂ ਦਬਾਅ ਪਿਆ ਤੇ ਇਲੈਕਸ਼ਨ ਦੀ ਡੇਟ ਐਲਾਨੀ ਗਈ, ਅੱਜ ਇੱਕ ਮਰਡਰਸ ਅਟੈਕ, ਇੱਕ ਉਹਨਾਂ ਤੇ ਜਾਨਲੇਵਾ ਹਮਲਾ ਜੇ ਸਾਬਕਾ ਡਿਪਟੀ ਚੀਫ ਮਿਨਿਸਟਰ ਤੇ ਹੋ ਸਕਦਾ ਹੈ, ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਨੇ, ਮੁੱਖ ਸੇਵਾਦਾਰ ਨੇ, Z+ ਪ੍ਰੋਟੈਕਟੀ ਨੇ, ਕਾਗਜ਼ ਦਾਖਲ ਕਰਾਉਣ SDM ਦੇ ਦਫ਼ਤਰ ਗਏ ਹੈ। ਤੇ ਜੇ ਉਹਨਾਂ ਤੇ ਅਟੈਕ ਹੋ ਸਕਦਾ ਤੇ ਤੁਸੀਂ ਸਮਝਦੇ ਹੋ ਕਿਸੇ ਆਮ ਇਨਸਾਨ ਦੀ ਜਾਨ ਮਾਲ ਦੀ ਰੱਖਿਆ ਕਿਵੇਂ ਕਰੂ ਸਰਕਾਰ? ਉਹਨਾਂ ਦੇ ਕੀ ਹਾਲਾਤ ਹੋਣੇ? ਔਰ ਹਰ ਜਗ੍ਹਾ, ਕਿਉਂਕਿ ਕਾਗਜ਼ ਦਾਖਲ ਕਰਾਉਣ ਦਾ ਅੱਜ ਦਾ ਦਿਨ ਹੈ ਤੇ ਕੱਲ ਦਾ ਦਿਨ, ਕੱਲ ਵੀ ਜੋ ਮੇਰੇ ਕੋਲ ਖਬਰ ਆਈ ਹੈ, ਕੱਲ ਵੀ ਜਲਾਲਾਬਾਦ 'ਚ ਇਹੀ ਗੁੰਡਾਗਰਦੀ ਕਾਂਗਰਸੀਆਂ ਨੇ ਕੀਤੀ ਹੈ। ਮੈਂ ਉਹੀ ਕਹਿ ਰਿਹਾ, ਇਹਦਾ ਸਪਸ਼ਟ ਮਤਲਬ ਕੀ ਹੈ ਕਿ ਕਾਂਗਰਸ ਚੋਣਾਂ ਤੋਂ ਭੱਜ ਰਹੀ ਹੈ। ਕਾਂਗਰਸ ਨੂੰ ਵੀ ਇਹ ਗੱਲ ਦੀ ਸਮਝ ਹੈ ਕਿ 4 ਸਾਲ ਅਸੀਂ ਕੁਝ ਨਹੀਂ ਕੀਤਾ, ਇੱਕ ਵਾਅਦਾ ਨਹੀਂ ਪੂਰਾ ਕੀਤਾ, ਲੋਕਾਂ ਨੂੰ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਲੋਕਾਂ ਨੂੰ ਝੂਠ ਬੋਲਿਆ। ਹੁਣ ਵੋਟਾਂ ਕੰਮਾਂ ਦੇ ਆਧਾਰ ਤੇ ਤਾਂ ਪੈਣੀਆਂ ਨਹੀਂ, ਲੋਕਾਂ ਨੂੰ ਡਰਾ ਧਮਕਾ ਕੇ, ਡੈਮੋਕ੍ਰੇਸੀ ਦਾ ਮਰਡਰ ਕਰਕੇ ਕਾਂਗਰਸ ਚਾਹੁੰਦੀ ਹੈ ਕਿ ਅਸੀਂ ਆ ਲੋਕਲ ਬਾਡੀ ਕਾਰਪੋਰੇਸ਼ਨ ਦੀ ਇਲੈਕਸ਼ਨਾਂ ਜਿੱਤ ਜਾਣ। ਮਗਰ ਸ਼੍ਰੋਮਣੀ ਅਕਾਲੀ ਦਲ ਔਰ ਪੰਜਾਬ ਨਾਲ ਪਿਆਰ ਕਰਨ ਵਾਲੇ ਲੋਕ, ਇਨਸਾਫ ਪਸੰਦ ਲੋਕ, ਲੋਕਤੰਤਰ 'ਚ ਵਿਸ਼ਵਾਸ ਕਰਨ ਵਾਲੇ ਲੋਕ ਇਸ ਗੁੰਡਾਗਰਦੀ ਦੇ ਖਿਲਾਫ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਤਿਆਰ ਹੈ। ਲੜਾਂਗੇ, ਮਗਰ ਲੋਕਤੰਤਰ ਨੂੰ ਬਹਾਲ ਰੱਖਾਂਗੇ, ਕਿਉਂਕਿ ਇਹ ਬਾਰਡਰ ਸਟੇਟ ਹੈ। ਦੇਖੋ, ਜਿੱਥੇ ਸਾਰੀ ਘਟਨਾ ਵਾਪਰੀ ਹੈ ਉਹ ਪਾਕਿਸਤਾਨ ਬਾਰਡਰ ਤੋਂ 20 ਕਿਲੋਮੀਟਰ ਦੀ ਦੂਰੀ ਤੇ ਜੇ ਹਾਲਾਤ ਬਾਰਡਰ ਸਟੇਟ ਦੇ ਬਣੇ ਆ, ਬਾਰਡਰ ਡਿਸਟ੍ਰਿਕਟ ਦੇ ਬਣੇ ਆ, ਤੇ ਤੁਸੀਂ ਆਪ ਹਿਸਾਬ ਲਾ ਸਕਦੇ ਹੋ ਕਿ ਕੀ ਹਾਲਾਤ ਸੂਬੇ ਦੇ ਸਾਰੇ ਦੇ ਬਣੇ ਹੋਏ। ਅਕਾਲੀ ਵਰਕਰਾਂ ਤੇ ਦਬਾਅ ਬਣਾਉਣ ਦੀ ਮੰਸ਼ਾ ਹੋਗੀ। ਦੇਖੋ ਜੀ, 3 ਬੰਦਿਆਂ ਦੇ ਗੋਲੀ ਵੱਜੀ ਆ। ਸੁਖਬੀਰ ਸਿੰਘ ਜੀ ਬਾਦਲ ਜਿਹੜੇ Z+ ਪ੍ਰੋਟੈਕਟੀ ਹੈ, ਉਹਨਾਂ ਦੀ ਗੱਡੀ ਤੇ ਸਿਰਫ ਇਸ ਲਈ ਹਮਲਾ ਕੀਤਾ ਗਿਆ ਕਿਉਂਕਿ ਉਹ ਕਾਗਜ਼ ਦਾਖਲ ਕਰਾਉਣ, ਮਿਊਨਿਸਪਲ ਕਮੇਟੀ ਦੀ ਚੋਣਾਂ 'ਚ ਜਲਾਲਾਬਾਦ ਦੇ ਕਾਗਜ਼ ਦਾਖਲ ਕਰਾਉਣ ਉੱਥੇ ਆ ਰਹੇ ਸੀ। ਪੁਲਿਸ ਨੂੰ ਪਹਿਲਾਂ ਤੋਂ ਉਹਨਾਂ ਦਾ ਪ੍ਰੋਗਰਾਮ ਗਿਆ ਹੋਇਆ ਸੀ। ਹੁਣ ਕਾਗਜ਼ ਦਾਖਲ ਕਰਾਉਣ ਸੁਭਾਵਿਕ SDM ਦੇ ਦਫ਼ਤਰ ਜਾਣਾ, ਉੱਥੇ ਸਿਕਿਉਰਿਟੀ ਕਿਹਨੇ ਦੇਣੀ ਆ? ਸਰਕਾਰ ਨੇ ਦੇਣੀ ਆ, ਰਿਟਰਨਿੰਗ ਅਫਸਰ ਨੇ ਦੇਣੀ ਆ, ਜ਼ਿਲ੍ਹਾ ਪ੍ਰਸ਼ਾਸਨ ਨੇ ਦੇਣੀ ਹੈ, ਕਿਸੇ ਨੇ ਨਹੀਂ ਦੇਣੀ। ਕਿਉਂ ਨਹੀਂ? ਉਹਨਾਂ ਨੇ ਕਿਉਂ ਨਹੀਂ ਧਿਆਨ ਦਿੱਤਾ? ਗੁੰਡੇ ਪਹਿਲਾਂ ਤੋਂ ਮੌਜੂਦ ਸਨ। ਇੱਟਾਂ ਦਾ ਪ੍ਰਬੰਧ, ਵੈਪਨ ਦਾ ਪ੍ਰਬੰਧ, ਲਾਠੀਆਂ ਦਾ ਪ੍ਰਬੰਧ,
ਮੇਰੇ ਕੋਲ ਤਾਂ ਇੱਥੋਂ ਤੱਕ ਖਬਰ ਹੈ ਕਿ ਪੈਟਰੋਲ ਬੰਬ ਤੱਕ ਦੀ ਤਿਆਰੀ ਸੀ। ਜਿਵੇਂ ਪ੍ਰਧਾਨ ਸਾਹਿਬ ਨੇ ਜ਼ਿਕਰ ਕੀਤਾ ਕਿ ਯੂਪੀ ਤੋਂ ਗੁੰਡੇ ਲਿਆ ਕੇ ਇੱਥੇ ਗੁੰਡਾਗਰਦੀ ਕੀਤੀ, ਪਰ ਉਹ ਯੂਪੀ ਦੇ ਗੁੰਡੇ ਉਹਨਾਂ ਨੂੰ ਪਤਾ ਨਹੀਂ ਕਿ ਉਹਨਾਂ ਦਾ ਵਾਹ ਕਿਹਦੇ ਨਾਲ ਪਿਆ ਤੇ ਮੱਥਾ ਕਿਹਦੇ ਨਾਲ ਸੂਰਮੇ ਜਿਨ੍ਹਾਂ ਨੂੰ ਸਰਪ੍ਰਸਤੀ ਪ੍ਰਾਪਤ ਹੈ ਸ਼੍ਰੋਮਣੀ ਅਕਾਲੀ ਦਲ ਦੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੀ। ਇਹ ਡਰ ਨਾਂ ਦੀ ਚੀਜ਼ ਇਹਨਾਂ ਦੀ ਡਿਕਸ਼ਨਰੀ 'ਚ ਹੀ ਹੈ। ਇਹ ਭਲੇਖੇ 'ਚ, ਇਹ ਬੜੇ ਵੱਡੇ ਭਰਮ 'ਚ ਵੀ ਗੁੰਡਾਗਰਦੀ ਕਰਕੇ ਕਰ ਲਾਂਗੇ। ਇਹ ਤਾਂ ਪ੍ਰਧਾਨ ਸਾਹਿਬ ਨੇ ਹੁਣ ਗੱਲ ਕਰਤੀ, ਜਿਹੜੇ ਗਲਤ ਕੇਸ ਪੁਲਿਸ ਜੇ ਬਣਾਊਗੀ ਵੀ ਕ੍ਰਾਸ ਕੇਸ ਦੀ ਗੱਲ ਕਰਦੀ ਹੈ, ਜਿਹੜੇ ਬਣਾਉਣਗੇ ਉਹਨਾਂ ਦੇ ਵੀ ਪਰਚੇ ਹੋਣਗੇ ਤੇ ਜਿਹੜੇ ਗਲਤ ਸਟੇਟਮੈਂਟਾਂ ਦੇਣਗੇ ਉਹਨਾਂ ਤੇ ਵੀ ਪਰਚੇ ਹੋਣਗੇ। ਇਹ ਲੇਖਾ ਜੋਖਾ ਇੱਥੇ ਹੀ ਹੋਣਾ। ਸੋ ਇਹ ਤਕੜੇ ਹੋ ਕੇ, ਮੈਂ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ, ਪ੍ਰਧਾਨ ਸਾਹਿਬ ਲੜਾਈ ਦੀ ਅਗਵਾਈ ਕਰਦੇ ਆ। ਰਾਤ ਚੱਲ ਕੇ ਦਿੱਲੀੋਂ ਇੱਥੇ ਆਏ, ਇੱਥੇ ਰਾਤ ਬਾਦਲ ਆ ਕੇ ਤੜਕੇ ਸਦਿਆ ਇੱਥੇ ਪਹੁੰਚੇ ਕਿ ਮੇਰੇ ਜਿਹੜੇ ਕੈਂਡੀਡੇਟ ਹੈ, ਮੇਰੇ ਵਰਕਰ ਹੈ, ਇਹ ਨਾ ਮਹਿਸੂਸ ਕਰਨ ਕਿ ਇਸ ਲੜਾਈ ਦੇ ਵਿੱਚ ਅਸੀਂ ਇਕੱਲੇ ਖੜੇ। ਨਹੀਂ ਤਾਂ ਪਾਰਲੀਮੈਂਟ ਦੇ ਵਿੱਚ ਇਹ ਕਹਿ ਸਕਦੇ ਸੀ ਕਿ ਮੈਂ ਇੱਥੇ ਕਿਸੇ ਹਾਂ। ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤਕੜੇ ਹੋ ਕੇ ਇਹ ਲੜਾਈ ਲੜਨੀ ਹੈ। ਇਹ ਗੁੰਡਾਗਰਦੀ ਜਿਹੜੀ ਇਹਨਾਂ ਨੇ ਯੂਪੀ 'ਚੋਂ ਸਿੱਖੀ ਹੈ, ਇਹਨਾਂ ਨੂੰ ਯਾਦ ਕਰਾਵਾਂਗੇ ਕਿ ਜਿਹੜਾ ਕੰਮ ਤੁਸੀਂ ਉੱਥੇ ਕਰਦੇ ਆਏ ਹੋ ਉਹ ਇੱਥੇ ਨਹੀਂ ਚੱਲਣਾ। ਇਹ ਗਾਂ ਨੂੰ ਤੁਹਾਡੇ ਕਾਰੋਬਾਰਾਂ ਨੂੰ ਵੀ ਪੈਣਗੇ ਯੂਪੀ 'ਚ, ਜਿਵੇਂ ਫਰੌਤੀਆਂ ਕਰਦੇ ਆ। ਤੇ ਪ੍ਰਧਾਨ ਸਾਹਿਬ ਨੇ ਵੀ ਜ਼ਿਕਰ ਕੀਤਾ ਕਿ ਪਤਾ ਨਹੀਂ 18 ਵਰਿਆਂ ਦਾ ਮੁੰਡਾ ਹੈ ਕਿ 21 ਵਰਿਆਂ ਦਾ ਮੁੰਡਾ ਹੈ, ਇਹ ਕਿਹੜੇ ਕੰਮਾਂ 'ਚ ਪਾਤਾ। ਇਹ ਪੜ੍ਹਨ ਲਿਖਣ ਦੀ ਉਮਰ ਤੇ ਇਹਨਾਂ ਦੇ ਦਿਮਾਗ ਨੂੰ ਇੰਨੀ ਸੱਤਾ ਚੜ ਗਈ, ਇੰਨੀ ਇਹਨਾਂ ਨੂੰ ਸਰਕਾਰ ਚੜ ਗਈ ਕਿ ਇਹ ਇਹਨਾਂ ਕੰਮਾਂ ਤੇ ਉੱਤਰ ਖੜੇ। ਇਹ ਇੱਥੇ ਹੀ ਲੇਖਾ ਜੋਖਾ ਹੋਣਾ, ਇੱਥੇ ਹੀ ਦੇਣੇ ਲੈਣੇ ਕਰਨੇ ਆ, ਇੱਥੇ ਹੀ ਹਿਸਾਬ ਕਿਤਾਬ ਕਰਾਂਗੇ ਤੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਕੇ ਛਕਾਂਗੇ। Sir, on behalf of Punjab Police, I thank Honorable Chief Minister for taking out time out of his hectic schedule and to kick off this event. I am also thankful to Honorable Health Minister, ACS Home, our DGP Punjab, who is leading the drive by being the first to get himself vaccinated among the frontline workers. I also thank all the senior officers who have volunteered. Sir, today we are having vaccination of 50 people. Mohali Police is an important component led by the SSP Mohali. So they are volunteering for this, and officers from the headquarters also. And this will now be carried forward, and I am hopeful that in next 8 to 10 days, the more than 72,000 police personnel, the frontline workers will get vaccinated. I would also like to thank the entire medical team led by the Director Health Services and other medical team officers, their entire team, the ambulance staff, everybody, for making this event possible and keeping us safe. Thank you, sir, for taking your time out, and I request you if you can stay back for a cup of tea, coffee or something, sir. वो बजट जो आगे कई राज्यों में इलेक्शन आ रही है, उस इलेक्शनों को देखते हुए कुछ तो लोक लुभावनी बातें हैं, और कुल मिला के पूंजीपतियों का हक का बजट है। खेती सेक्टर के लिए कुछ भी ऐसा नहीं किया गया जैसे हम उसकी सराहना कर सकें। खेती सेक्टर के लिए जो सब्सिडी थी उसको भी घटा दिया गया है। तो इसमें कुछ भी ऐसा नहीं है इसकी तो हमारी यूनियन ने कुल मिला के इस बजट को रद्द किया है। जो किसानों के ऊपर कर्ज था उसका भी कोई उसमें बात नहीं है, ना ही जो C2 के अनुसार फसलों के दाम देने की बात थी उसमें कुछ इस तरह की बात कही गई है। और इसी के साथ जो हमने मांगे रखी थी उसका भी उसमें कोई जिक्र नहीं आ रहा है। उसमें कोई इस तरह के प्रावधान है कि अगर सभी फसलों के दाम देने का गारंटी का कानून लेके आना है तो अभी बजट में उसके लिए अलग से
कुछ इस तरह का फंडिंग रखी जाए तो हम समझे भी आगे जाके उसका को मिल सकता है। तो कुल मिला के जिहड़ा बजट आ वो पूंजीपतियों के हक च आ। किसान विरोधी जिहड़ा एक मीडिया च आ रहा सी भी कि सेहत खेत्र दे विच वड्डी पलांग पुट्टी गई है। वेखण वाली गल आ भी जड़ियाँ सेहत दे विच कंपनियां लगियां ने पूंजीपतियां दियां ने, तो उहदे विचों 35,000 करोड़ रुपया जिहड़ा करोना वाले मसले ते आ वो उधर चलिया जाना, तो टीके की वड्डी कीमत तां पूंजीपतियां दे ढिड च पै जानी है, जिहड़ा लोकां लई कहा जा रहा। सेहत खेत्र लई भी कोई बहुता नहीं हैगा। सो आम जनता लई बजट विच कुछ भी नहीं हैगा। जिथों तक खेती कानूनां नूं रद्द करन दा सवाल आ, जो अगले बन्ने इलैक्शन आ रहे ने सूबिਆਂ ਦੇ, मैनूं लगदा कारपोरेट घराणिਆਂ ते आधारित ही रही आ मोदी सरकार की सारी कंपेन, उन्हां दी फंडिंग। तो वो पहलों भी जिहड़ा वा हैलीकॉप्टर उन्हां दा इस्तेमाल करते रहे ने, ते अगलियां इलैक्शनां दे विच भी वड्डियां फंडिंग जिहड़े अंबानी अडानी परिवार है उन्हां कोल लैण दे इरादे ने। इस करके मैनूं लगदा पूंजीपतियां दा दबाव बहुत ज़्यादा वा। अजे भी सारा ट्रस्ट जिहड़ा मोदी सरकार दा पूंजीपतियां वालिया भी वो लगदा भी उन्हां नूं जिहड़ी डुबदी बेड़ी आ उन्हां दी ਉਹ ਜਿਹੜੀ ਆ ਉਤਾਰ ਦੇਣਗੇ। ਆਪਾਂ ਜਿਹੜਾ ਕੱਲ ਇਹਦੋਂ ਐਲਾਨ ਕੀਤਾ ਵੀ ਜਿਹੜਾ 4 ਜਨਵਰੀ ਆ, 4 ਜਨਵਰੀ ਨੂੰ ਜਿਹੜਾ ਨਵਦੀਪ ਸਿੰਘ ਮੁੰਡਾ ਨੌਜਵਾਨ ਜਿਹੜਾ ਯੂਪੀ ਤੋਂ ਸੀਗਾ, ਉਹਦਾ ਆਪਣੀ ਸਟੇਜ ਤੋਂ ਸ਼ਹੀਦੀ ਦਿਹਾੜਾ ਮਨਾਵਾਂਗੇ। 9 ਤੋਂ 12 ਧਾਰਮਿਕ ਸਟੇਜ ਹੋਏਗੀ, ਉਹ ਤੋਂ ਬਾਅਦ ਸ਼ਰਧਾਂਜਲੀ ਸਮਾਗਮ ਕੀਤਾ ਜਾਊਗਾ। ਤੇ ਉਦਣ ਹੀ ਸ਼ਾਮਾਂ ਨੂੰ ਜਿਹੜੇ ਫੜੇ ਗਏ ਕਿਸਾਨ ਆ ਜਾਂ ਜਿਵੇਂ ਪੱਤਰਕਾਰਾਂ 'ਤੇ ਜੋ ਕੁਝ ਦੁਰਵਿਵਹਾਰ ਹੋ ਰਿਹਾ, ਕਿਵੇਂ ਕੱਲ੍ਹ ਉੱਧਰ ਆਪਣੀ ਇੱਕ ਨਿਊਜ਼ 18 ਦੀ ਟੀਮ 'ਤੇ ਵੀ ਹਮਲਾ ਹੋਇਆ, ਉਹਦੀ ਗੱਡੀ ਗੁੱਡੀ ਖੋਈ ਗਈ। ਇੱਥੇ ਮਨਦੀਪ ਪੂਨੀਆ ਦਾ ਜਿਵੇਂ ਕਾਂਡ ਵਾਪਰਿਆ ਜਾਂ ਸ਼ਹੀਦਾਂ ਨੂੰ, ਇਹ ਸਾਰੀਆਂ ਗੱਲਾਂ ਜੋੜ ਕੇ ਅਸੀਂ ਸ਼ਾਮ ਨੂੰ 4 ਨੂੰ ਕੈਂਡਲ ਮਾਰਚ ਕਰਾਂਗੇ। ਕੈਂਡਲ ਜਲਾ ਕੇ ਸ਼ਰਧਾਂਜਲੀ ਦਾਂਗੇ। ਜਿਹੜੇ ਬੰਦੇ ਆ ਜਿਹੜੇ ਜ਼ਖਮੀ ਹੋਏ ਆ, ਸਿਹਤਯਾਬ ਦੀ ਕਾਮਨਾ ਕਰਾਂਗੇ। ਸਾਰੇ ਕਿਸਾਨਾਂ ਨੂੰ ਰਿਹਾਈ ਕਰਨ ਦੀ, ਉਹਨਾਂ ਤੋਂ ਕੇਸ ਵਾਪਸ ਲੈਣ ਦੀ, ਜਿਹੜਾ ਪੱਤਰਕਾਰਾਂ ਨਾਲ ਦੁਰਵਿਵਹਾਰ ਹੋ ਰਿਹਾ ਵਾ ਉਹ ਸਾਰੇ ਕਾਸੇ ਲਈ ਸ਼ਾਮ ਨੂੰ 4 ਨੂੰ ਇੱਥੇ ਕੈਂਡਲ ਜਗਾ ਕੇ ਆਵਾਜ਼ ਚੱਕਾਂਗੇ ਜ਼ੁਲਮ ਦੇ ਵਿਰੁੱਧ। ਅੱਜ ਕੱਦਾ ਮਹੱਲੇ ਵਿਖੇ ਬਹੁਤ ਹੀ ਮਾੜੀ ਘਟਨਾ ਹੋਈ ਹੈ, ਜਿਹਦੇ ਵਿੱਚ ਵਿਕਰਮ ਪੁੱਤਰ ਪ੍ਰੇਮਨਾਥ ਦੀ ਐਕਸੀਡੈਂਟ 'ਚ ਡੈਥ ਹੋਈ ਹੈ। ਐਕਸੀਡੈਂਟ ਤੇ ਇਸ ਤਰ੍ਹਾਂ ਦਾ ਵੀ ਜਿਸ ਤਰ੍ਹਾਂ ਚਾਈਨਾ ਡੋਰ ਹਮੇਸ਼ਾ ਹੀ ਕਿਹਾ ਜਾਂਦਾ ਵੀ ਜਾਨਲੇਵਾ ਸਾਬਤ ਹੁੰਦੀ ਆ, ਉਸੇ ਤਰ੍ਹਾਂ ਇਹ ਬੱਚੇ ਦੀ ਵੀ ਜਿਹੜੀ ਹੈ ਚਾਈਨਾ ਡੋਰ ਦੀ ਵਜ੍ਹਾ ਕਰਕੇ ਹੀ ਐਕਸੀਡੈਂਟ ਸਾਰਾ ਹੋਇਆ ਵਾ। ਤੇ ਹਮੇਸ਼ਾ ਸਰਕਾਰਾਂ ਵੀ ਕਹਿੰਦੀਆਂ, ਲੋਕਾਂ ਨੂੰ ਵੀ ਅਪੀਲ ਕਰਦੇ ਆ ਵੀ ਆਹ ਜਿਹੜੀ ਡੋਰ ਵਾ ਇਹ ਬਿਲਕੁਲ ਇਸਤੇਮਾਲ ਨਾ ਕਰੋ। ਲੇਕਿਨ ਕਿਤੇ ਨਾ ਕਿਤੇ ਇਹਦਾ ਚੱਲਣ ਜਿਹੜਾ ਵਾ, ਜਿਹੜੇ ਗੰਦੇ ਲੋਕ ਨੇ, ਚਾਹੇ ਦੁਕਾਨਦਾਰ ਨੇ, ਚਾਹੇ ਵੇਚਣ ਵਾਲੇ ਨੇ, ਚਾਹੇ ਬਣਾਉਣ ਵਾਲੇ ਨੇ, ਆ ਕਰਦੇ ਆ। ਤੇ ਉਸੇ ਹੀ ਜਿਹੜੀ ਡੋਰ ਦੇ ਕਾਰਨ ਹੀ ਇਹ ਵਾਲੀ ਜਿਹੜੀ ਆ ਮੌਤ ਹੋਈ, ਐਕਸੀਡੈਂਟ ਹੋਇਆ। ਛੋਟੇ ਛੋਟੇ ਉਹਨਾਂ ਦੇ ਬੱਚੇ ਆ ਤੇ ਬੜੀ ਹੀ ਦੁੱਖ ਦਾ ਮੰਜ਼ਰ ਹੈ ਇਸ ਵੇਲੇ। ਸਾਰਾ ਲੋਕ ਜਿਹੜੇ ਨੇ, ਸਾਰੇ ਨੌਜਵਾਨ ਜਿਹੜੇ ਨੇ, ਉਹਨਾਂ ਦੇ ਚਿਹਰੇ ਦੇ ਉੱਤੇ ਆਪਾਂ ਦੇਖ ਸਕਦੇ ਹਾਂ ਵੀ ਕਿਸ ਤਰ੍ਹਾਂ ਦੁੱਖ ਛਾਇਆ ਹੋਇਆ ਵਾ। ਤੇ ਮੈਂ ਤੇ ਗੌਰਮੈਂਟ ਨੂੰ, ਸਰਕਾਰ ਨੂੰ, ਪ੍ਰਸ਼ਾਸਨ ਨੂੰ ਇਹ ਵੀ ਕਹਾਂਗਾ ਵੀ ਜਿਸ ਤਰ੍ਹਾਂ ਦੀ ਇਹ ਡੈਥ ਹੋਈ ਹੈ, ਪਿੱਛੇ ਉਹਦਾ ਪਰਿਵਾਰ ਹੈ ਜਿਹੜਾ, ਜਿਸ ਤਰ੍ਹਾਂ ਦੇ ਬੱਚੇ ਆ, ਬਕਾਇਦਾ ਉਹਨਾਂ ਨੂੰ ਜਿਹੜੀ ਆ ਸਰਕਾਰੀ ਸਹਾਇਤਾ ਜਿਹੜੀ ਆ ਉਹ ਦਿੱਤੀ ਜਾਵੇ। ਮੇਰੀ ਇਹ ਅਪੀਲ ਹੈ ਪੁਰਜ਼ੋਰ। ਔਰ ਮੈਂ ਆਪਣੇ ਪੱਧਰ 'ਤੇ ਵੀ ਇਹ ਬਿਲਕੁਲ ਕੋਸ਼ਿਸ਼ ਕਰਾਂਗਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਨੂੰ ਜਿਹੜੀ ਵੀ ਹੈ ਸਰਕਾਰੀ ਸਹਾਇਤਾ, ਮਾਲੀ ਸਹਾਇਤਾ ਜਿਹੜੀ ਆ ਉਹ ਦਿਲਾਵਾਂਗੇ ਆਪਾਂ। ਤੇ ਇਹਨਾਂ ਦਾ ਜਿਸ ਤਰ੍ਹਾਂ ਬੱਚਿਆਂ ਦਾ ਹੱਕ ਹੈ ਦਵਾਵਾਂਗੇ। ਬਾਕੀ ਇਹ ਗੱਲਾਂ ਤਾਂ ਦੇਖੋ ਚੱਲਦੀਆਂ ਰਹਿੰਦੀਆਂ, ਪਰ ਨਾ ਤੇ ਉਸ ਬੇਟੀ ਨੂੰ ਆਪਣਾ ਘਰ ਵਾਲਾ ਮਿਲਣਾ, ਨਾ ਹੀ ਉਸ ਮਾਂ ਬਾਪ ਨੂੰ ਉਹਨਾਂ ਦਾ ਬੇਟਾ ਮਿਲਣਾ। ਬੜੀ ਦੁੱਖ ਦੀ ਗੱਲ ਆ ਤੇ ਅਸੀਂ ਬੜੇ ਦਿਲ ਤੋਂ ਦੁੱਖ ਦੇ। ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਪਾਬੰਦੀ ਦੇ ਬਾਵਜੂਦ ਵੀ ਦੁਕਾਨਦਾਰ ਜਿਹੜੇ ਨੇ, ਇਹਨਾਂ ਨੂੰ ਤੇ ਰੱਬ ਹੀ ਭੁੱਲ ਗਿਆ ਦਾ। ਜੇ ਇਹਨਾਂ ਨੂੰ ਆਪਣੇ ਪੈਸਿਆਂ ਦੀ ਖਾਤਰ ਵੀ ਸਾਨੂੰ ਪੈਸੇ 4 ਬਚਦੇ ਆ
ਤੇ ਉਹਦੇ ਕਰਕੇ ਇਹ ਵੇਚਦੇ ਨੇ। ਉਧਰੋਂ ਪ੍ਰਸ਼ਾਸਨ ਵੀ ਦੇਖੋ ਪਿੱਛੇ ਜਦੋਂ ਲੋਹੜੀ ਦੇ ਲਾਗੇ ਵੀ ਹਮੇਸ਼ਾ SHO ਇੱਥੇ ਮਨੋਜ ਸੀ, ਮੈਂ ਮਨੋਜ ਨੂੰ ਵੀ ਕਿਹਾ ਸੀ ਉਸ ਵਕਤ, ਮੈਂ ਕਿਹਾ ਮਨੋਜ ਜੀ ਤੁਸੀਂ ਤਗੜੇ ਹੋ ਕੇ ਰੇਟ ਕਰੋ ਤੇ ਇਹਨਾਂ ਦੇ ਕੋਲੋਂ ਜਿਹੜੀ ਡੋਰ ਵੇਚਦੇ ਨੇ ਇਹਨਾਂ ਦੇ ਉੱਤੇ ਪਰਚੇ ਕਰੋ, ਡੋਰ ਬਰਾਮਦ ਕਰੋ, ਡੋਰ ਨਾਲ ਇੱਕ ਧਾਗਾ ਵੀ ਵਿਕਣ ਦਿਓ। ਤੁਹਾਡਾ ਕੀ ਨਾਮ ਹੈ ਸਰ? ਮੇਰਾ ਸੁਨੀਲ ਸਰੀਨ ਹੈ ਜੀ, ਮੈਂ ਐਕਸ ਕਾਉਂਸਲਰ ਹਾਂ ਮਤਲਬ ਇਸ ਇਲਾਕੇ ਦਾ, ਤੇ ਮਤਲਬ ਮੈਂ ਉਸ ਵਕਤ ਵੀ ਬੜੀ ਕੋਸ਼ਿਸ਼ ਕੀਤੀ ਸੀ। ਅਜਨਾਲਾ ਵਿਖੇ ਨਗਰ ਪੰਚਾਇਤ ਦੇ ਇਲੈਕਸ਼ਨ ਨੇ ਜੀ, ਲੋਕਾਂ 'ਚ ਸੁਰੱਖਿਆ ਦਾ ਮਾਹੌਲ ਪੈਦਾ ਕਰਨ ਲਈ ਆਮ ਨਾਗਰਿਕ ਜਿਹੜਾ ਆਪਣਾ ਹੱਕ ਹੈ ਵੋਟ ਪਾਉਣ ਦਾ ਉਹ ਬਿਹਤਰ ਤਰੀਕੇ ਨਾਲ ਇਸਤੇਮਾਲ ਕਰ ਸਕੇ ਤੇ ਮਾੜੇ ਅਨਸਰ ਸਿਰ ਨਾ ਚੱਕ ਸਕਣ ਤੇ ਲੋਕਾਂ ਨੂੰ ਸੁਰੱਖਿਆ ਦੀ ਭਾਵਨਾ ਪੈਦਾ ਕਰਦੇ ਅਸੀਂ ਚੁਗਾਵਾਂ ਰੋਡ 'ਤੇ ਅੱਜ ਮਾਰਚ ਕੀਤਾ। ਵਾਰਡ ਨੰਬਰ 12 ਤੇ 14 ਵਿੱਚ ਇਸ ਟਾਈਮ ਅਸੀਂ ਖੜ੍ਹੇ ਹਾਂ ਤੇ ਅਸੀਂ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਉਹ ਬੇਫਿਕਰ ਹੋ ਕੇ ਆਪਣੇ ਵੋਟ ਦਾ ਇਸਤੇਮਾਲ ਕਰਨ। ਅਜਨਾਲਾ ਪੁਲਿਸ 24 ਘੰਟੇ ਉਹਨਾਂ ਦੀ ਸੇਵਾ ਲਈ ਹਾਜ਼ਰ ਹੈ। ਤੇ ਕਿੰਨਾ ਕੁ ਉਤਸ਼ਾਹ ਵੇਖਿਆ ਗਿਆ ਜੀ ਪਬਲਿਕ ਵਿੱਚ? ਲੋਕਾਂ ਵਿੱਚ ਨੋਮੀਨੇਸ਼ਨ ਕੱਲ੍ਹ ਤੋਂ ਸ਼ੁਰੂ ਹੋਏ ਆ, ਹੌਲੀ ਹੌਲੀ ਮਾਹੌਲ ਜਿਹੜਾ ਉਹ ਗਰਮਾ ਰਿਹਾ ਵੋਟਾਂ ਦਾ ਤੇ ਲੋਕ ਕਾਫੀ ਉਤਸ਼ਾਹਿਤ ਨੇ ਆਪਣਾ ਹੱਕ ਇਸਤੇਮਾਲ ਕਰਨ ਲਈ। ਮੈਂ ਬਲਵਿੰਦਰ ਸਿੰਘ ਸਰਪੰਚ ਪਿੰਡ ਜਗਦੇਵ ਕਲਾਂ ਤਹਿਸੀਲ ਅਜਨਾਲਾ ਬਲਾਕ ਅਰਸਾ ਸੀਨਾ ਅੰਮ੍ਰਿਤਸਰ ਤੋਂ ਬੋਲਦਾ ਜੀ। ਸਾਡੇ ਪਿੰਡ ਦੇ ਵਿੱਚ ਪਾਣੀ ਦੀ ਜਿਹੜੀ ਕਾਫੀ ਕਿੱਲਤ ਸੀ, ਹੁਣ ਨਵੀਂ ਸਕੀਮ ਜਿਹੜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਚਲਾਈ ਹੈ ਜੀ, ਘਰ ਘਰ ਸਫਾਈ ਤੇ ਘਰ ਘਰ ਪਾਣੀ, ਸਾਫ਼ ਸੁਥਰਾ ਪਾਣੀ ਇਸ ਤਰ੍ਹਾਂ ਸਾਰੇ ਸਕੂਲਾਂ ਦੇ ਵਿੱਚ ਵੀ ਜਾ ਰਿਹਾ ਜੀ ਹੁਣ। ਤੇ ਅਸੀਂ ਇਸ ਕੰਮ ਦੇ ਨਾਲ ਸਾਡੇ ਪਿੰਡ ਦੇ ਵਿੱਚ ਸਾਫ਼ ਸੁਥਰਾ ਪਾਣੀ ਮਿਲੂਗਾ। ਪੰਜਾਬ ਸਰਕਾਰ, ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਬਹੁਤ ਬਹੁਤ ਧੰਨਵਾਦੀ ਹਾਂ ਜੀ ਤੇ ਅਸੀਂ ਪੂਰੀ ਲਗਨ ਤੇ ਮਿਹਨਤ ਦੇ ਨਾਲ ਇਸ ਪ੍ਰੋਜੈਕਟ ਨੂੰ ਨੇਪਰੇ ਚੜਾਵਾਂਗੇ। ਕੈਪਟਨ ਸਾਹਿਬ, ਸਾਰੀ ਟੀਮ, ਮੈਂ ਪਿੰਡ ਤੋਲਾ ਨੰਗਲ ਸਰਦਾਰ ਪ੍ਰਸਾਦ ਸਿੰਘ ਮੈਂਬਰ ਸਾਹਿਬ ਬੋਲ ਰਿਹਾ ਹਾਂ ਅਤੇ ਅਸੀਂ 8 ਮੈਂਬਰ ਅਤੇ 9ਵਾਂ ਸਰਪੰਚ ਸਾਹਿਬ ਹੈ ਸਾਡੇ ਨਾਲ, ਜੋ ਸਾਰੇ ਪਾਣੀ ਦੀ ਮੁਹਿੰਮ ਸ਼ੁਰੂ ਕੀਤੀ ਹੈ। ਆਪ ਜੀ ਦਾ ਬਹੁਤ ਧੰਨਵਾਦ। ਆਪ ਜੀ ਨੇ ਇਹ ਸਾਡਾ ਪਾਣੀ ਸਾਫ ਦੀ ਮੁਹਿੰਮ ਸ਼ੁਰੂ ਕਰਕੇ ਇਹ ਬਹੁਤ ਪਿੰਡ ਵਿੱਚ ਉਪਕਾਰ ਕਰ ਰਹੇ ਨੇ। ਸਾਰੀ ਟੀਮ ਅਸੀਂ ਰਲ ਕੇ ਸਾਰੇ ਦੇ ਨਾਲ ਸਾਥ ਦੇਵਾਂਗੇ ਆਪ ਜੀ ਦਾ। ਇਹਨੂੰ ਸਫਾਈ ਨੂੰ ਘਰ ਘਰ ਵਿੱਚ ਪਾਣੀ ਨੂੰ ਸਾਫ ਪਾਣੀ ਨੂੰ ਪਹੁੰਚਾਉਣ ਦਿਆ ਮੁਹਿੰਮ ਦੇ ਵਿੱਚ ਪੂਰਾ ਹੀ ਯੋਗਦਾਨ ਪਾਵਾਂਗੇ, ਹਿੱਸਾ ਪਾਵਾਂਗੇ। ਇਹ ਸਾਰੀ ਟੀਮ ਸਾਡੀ ਰਲ ਕੇ ਇਹਦੇ ਵਿੱਚ ਕੰਮ ਦੇਵੇਗੀ, ਸਾਥ ਦੇਵੇਗੀ। ਸਾਨੂੰ ਉਮੀਦ ਹੈ ਕਿ ਸਾਡੇ ਪਿੰਡ ਪਾਣੀ ਜਦੋਂ ਸਾਫ ਜਾਵੇਗਾ ਲੋਕੀ ਬਿਮਾਰੀਆਂ ਤੋਂ ਬਚਣਗੇ, ਹਰ ਚੀਜ਼ ਤੋਂ ਬਚਣਗੇ ਤੇ ਅਸੀਂ ਪੂਰਾ ਯੋਗਦਾਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਵਾਂਗੇ। ਪੌਣ ਪਾਣੀ ਦੀ ਬਹੁਤ ਦਿੱਕਤ ਹੈ, ਹਰ ਇੱਕ ਪਿੰਡ ਵਿੱਚ ਪਾਣੀ ਦੀ ਦਿੱਕਤ ਹੈ। ਹਰ ਇਹਨੂੰ ਪਾਣੀ ਨੂੰ ਸਾਫ ਪੀਣ ਕੇ ਪਾਣੀ ਬੱਚੇ ਸਫਾਈ ਤੋਂ ਬਚਣਗੇ। ਜਿਸ ਤਰ੍ਹਾਂ ਸਕੂਲਾਂ ਵਿੱਚ ਚੰਗੀ ਪੜ੍ਹਾਈ, ਪਾਣੀ ਚੰਗਾ ਟੋਲਿਸ ਪਾਣੀ ਮਿਲੇਗਾ ਸਾਫ ਸਾਡੇ ਬੱਚਿਆਂ ਨੂੰ ਤੇ ਸਾਡਾ ਬੱਚਾ ਬਹੁਤ ਤਰੱਕੀ ਜਾਵੇਗਾ, ਬਿਮਾਰੀਆਂ ਤੋਂ ਬਚੇਗਾ। ਕੈਪਟਨ ਸਾਹਿਬ ਆਪ ਜੀ ਦਾ ਸਾਰਿਆਂ ਦਾ ਧੰਨਵਾਦ। ਆਪ ਜੀ ਨੇ ਮੁਹਿੰਮ ਸ਼ੁਰੂ ਕਰਕੇ ਸਾਡੇ ਤੇ ਬਹੁਤ ਵੱਡਾ ਉਪਕਾਰ ਕੀਤਾ ਹੈ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ ਸਿਰਫ ਪੰਜਾਬ ਵਾਇਰ ਨਿਊਜ਼ ਦੇ ਨਾਲ।